ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਕਰੋਨਾ ਵਾਇਰਸ ਕਰਕੇ ਆਲਮ ਬੇਸ਼ੱਕ ਇਸ ਵੇਲੇ ਕਾਫੀ ਚਿੰਤਾਜਨਕ ਬਣਿਆ ਹੋਇਆ, ਪਰ ਇਸ ਮਾਹੌਲ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਕੁਝ ਚੰਗੀਆਂ ਗੱਲਾਂ ਵੀ ਕਰੀਏ, ਕੁਝ ਸਮਾਜ ਦੇ ਵਿੱਚ ਅਜਿਹੀਆਂ ਗੱਲਾਂ ਵੀ ਕਰੀਏ ਜਿਸ ਦੇ ਨਾਲ ਲੋਕਾਂ ਨੂੰ ਸੇਧ ਮਿਲੇ। ਅੱਜ ਅਸੀਂ ਤੁਹਾਡਾ ਤਾਰੁਫ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਉਣਾ ਜੋ ਪੰਜਾਬ ਪੁਲਿਸ ਦੇ ਵਿੱਚ, ਜਦੋਂ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਆਪਾਂ ਸਰਦਾਰ ਚਿਹਰੇ ਦੇਖਦੇ ਹਾਂ, ਪਰ ਜੰਮੂ ਪੁਲਿਸ ਦੇ ਵਿੱਚ ਜੇ ਸਰਦਾਰ ਚਿਹਰਾ ਹੋਵੇ ਤਾਂ ਉਸ ਦੇ ਨਾਲ ਇੱਕ ਵੱਖਰੀ ਪਹਿਚਾਣ ਜਿਹੜੀ ਉਸ ਸੂਬੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਆਪਣੇ ਆਪ ਜਦੋਂ ਇੱਕ ਸਰਦਾਰ ਚਿਹਰਾ ਦੇਖਾਂਗੇ ਤਾਂ ਉਸ ਦੇ ਨਾਲ ਕਈ ਪ੍ਰਭਾਵ ਜਿਹੜਾ ਸਾਡੇ ਤੇ ਪੈਂਦਾ। ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਇੰਸਪੈਕਟਰ ਇੰਦਰਜੀਤ ਸਿੰਘ ਨਾਲ, ਜਿਹੜੇ ਸਾਬਤ ਸੂਰਤ ਸਰਦਾਰ ਨੇ, ਇੰਸਪੈਕਟਰ ਨੇ, ਜੰਮੂ ਦੀ ਧਰਤੀ ਤੇ ਡੋਡਾ ਜ਼ਿਲ੍ਹੇ ਦੇ ਵਿੱਚ ਉਹ ਤੈਨਾਤ ਨੇ। ਉਹਨਾਂ ਦੇ ਨਾਲ ਰਾਬਤਾ ਕਰਕੇ ਅੱਜ ਤੁਹਾਡੇ ਨਾਲ ਗੱਲਬਾਤ ਕਰਵਾਉਣੀ ਹੈ। ਕੀ ਸੁਨੇਹਾ ਦੇਣਾ ਚਾਹੁੰਦੇ ਨੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜਿਹੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ? ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਸਰ, ਸਭ ਤੋਂ ਪਹਿਲਾਂ ਤਾਂ ਜੇ ਜ਼ਿਕਰ ਕਰੀਏ, ਜੰਮੂ ਕਸ਼ਮੀਰ ਦੇ ਵਿੱਚ ਰਹਿੰਦੇ ਹੋਏ ਇੱਕ ਸਰਦਾਰ ਦੇ ਵਜੋਂ ਤੁਸੀਂ ਡਿਊਟੀਆਂ ਨਿਭਾ ਰਹੇ ਹੋ ਆਪਣੀਆਂ, ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ, ਔਰ ਤੁਹਾਡਾ ਵੀ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਰੂਬਰੂ ਕਰਵਾਇਆ ਸੰਗਤਾਂ ਦੇ ਜੀ। ਤੇ ਬਾਕੀ ਕਾਫੀ ਜੋ ਇਹ ਵੀਡੀਓ ਵਗੈਰਾ ਵਾਇਰਲ ਹੋਈਆਂ ਨੇ ਜਾਂ ਜਿਸ ਮਕਸਦ ਵਾਸਤੇ ਮੇਰੇ ਵੀਰ ਨੇ ਫੋਨ ਕੀਤਾ, ਤੇ ਮੇਰਾ ਤੇ ਇੱਕੋ ਸੁਨੇਹਾ ਜੀ ਕਿ ਜਿਸ ਗੁਰੂਆਂ ਨੇ, ਜਿਨ੍ਹਾਂ ਗੁਰੂਆਂ ਨੇ ਇਤਨੀ ਅੱਛੀ ਦਾਤ ਸਾਨੂੰ ਬਖਸ਼ੀ ਹੈ, ਤੇ ਸਾਡਾ ਇੱਕ ਪ੍ਰਾਇੋਰਟੀ ਬਣਦੀ ਹੈ, ਸਾਡਾ ਇੱਕ ਫਰਜ਼ ਬਣਦਾ ਹੈ ਕਿ ਉਸਨੂੰ ਆਪਾਂ ਕੈਰੀ ਔਨ ਕਰੀਏ, ਉਹਨੂੰ ਸੰਭਾਲ ਕੇ ਰੱਖੀਏ ਤੇ ਪੂਰੇ ਜਗਤ ਨੂੰ ਦੱਸੀਏ ਕਿ ਇਹ ਜੋ ਗੁਰੂਆਂ ਦੀ ਬਖਸ਼ਿਸ਼ ਹੈ ਇਹ ਕਿਸ ਹੱਦ ਤੱਕ ਇਹ ਮਾਰਵਲਸ ਔਰ ਕਿਸ ਹੱਦ ਤੱਕ ਇਹ ਆਰਨਾਮੈਂਟਡ ਹੈ। ਜੀ ਸਰ, ਜਿੱਦਾਂ ਤੁਸੀਂ ਆਪਣੀ ਵੀਡੀਓ ਇੱਕ ਤੁਹਾਡੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਵਿੱਚ, ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਇੱਦਾਂ ਦੇ ਅਹੁਦਿਆਂ 'ਤੇ ਰਹਿੰਦੇ ਹੋਏ ਵੀ ਤੁਸੀਂ ਆਪਣਾ ਸਿੱਖੀ ਸਰੂਪ ਬਰਕਰਾਰ ਰੱਖ ਸਕਦੇ ਹੋ। ਜੰਮੂ ਦੀ ਅਸੀਂ ਗੱਲ ਕਰਦੇ ਹਾਂ, ਜੰਮੂ ਦੇ ਵਿੱਚ ਬਹੁਤੀ ਗਿਣਤੀ ਨਹੀਂ ਹੈਗੀ ਸਿੱਖਾਂ ਦੀ। ਉਸ ਸੂਬੇ ਦੇ ਵਿੱਚ ਰਹਿ ਕੇ ਜਿੱਥੇ ਸਿੱਖਾਂ ਦੀ ਇੰਨੀ ਗਿਣਤੀ ਨਹੀਂ ਹੈਗੀ, ਆਪਣੇ ਸਾਬਤ ਸੂਰਤ ਜਿਹੜੇ ਪਹਿਰਾਵੇ ਨੂੰ ਜਾਂ ਆਪਣੀ ਜਿਹੜੀ ਪਹਿਚਾਣ ਆ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਦਿੱਕਤਾਂ ਨਹੀਂ ਆ ਰਹੀਆਂ? ਕੋਈ ਲੋਕ ਟਿੱਪਣੀਆਂ ਤਾਂ ਨਹੀਂ ਕਰਦੇ? ਕਈ ਵੇਲੇ ਇੱਦਾਂ ਦਾ ਮਾਹੌਲ ਬਣ ਜਾਂਦਾ ਕਿ ਲੋਕ ਟਿੱਪਣੀਆਂ ਕਰਦੇ ਨੇ, ਜਾਂ ਕਿਹੋ ਜਿਹਾ ਮਾਹੌਲ ਜਾਂ ਕਿਹੋ ਜਿਹਾ ਰਿਸਪੌਂਸ ਲੋਕਾਂ ਦਾ ਮਿਲ ਰਿਹਾ ਤੁਹਾਨੂੰ ਇੱਥੇ? ਖਾਲਸਾ ਜੀ, ਗੁਰੂਆਂ ਦੇ ਟਾਈਮ ਵੀ ਇਹ ਟਿੱਪਣੀਆਂ ਹੋਇਆ ਕਰਦੀਆਂ ਸਨ, ਤੇ ਜੇ ਕੋਈ ਅੱਛਾ ਕਾਰਜ ਕਰੇ ਤਾਂ ਇਹ ਜੋ ਹੁੰਦੀ ਹੈ ਆਪਣੀ ਨਿੰਦਾ ਵਗੈਰਾ ਚੱਲਦੀ ਰਹਿੰਦੀ ਹੈ, ਕੁਛ ਨਾ ਕੁਛ ਤੇ ਇਹਨਾਂ ਦੇ ਕਟਾਕਸ਼ ਚੱਲਦੇ ਰਹਿੰਦੇ ਨੇ। ਪਰ ਜਿੱਥੇ ਤੱਕ ਤਾਲੁਕ ਜੰਮੂ ਦੀ ਸਿੱਖੀ ਦਾ ਹੈ, ਤੇ ਜੰਮੂ ਦੀ ਸਿੱਖੀ ਗੁਰੂਆਂ ਦੀ ਬਖਸ਼ੀ ਸਦਕਾ ਕੁਝ ਸੰਭਲੀ ਹੋਈ ਹੈ, ਪਤਿਤ ਹੋਣੇ ਵਾਲੇ ਨਹੀਂ ਹੈ। ਤੇ ਜਿੱਥੇ ਸਰੂਪ ਦਾ ਸਵਾਲ ਹੈ ਉਹ ਵੀ ਜੰਮੂ ਦੇ ਸਿੱਖਾਂ ਨੇ, ਜੰਮੂ ਦੀ ਸਿੱਖੀ ਨੇ ਸਾਂਭ ਕੇ ਰੱਖਿਆ ਹੋਇਆ ਹੈ। ਰਿਹਾ ਸਵਾਲ ਪੁਲਿਸ ਵਿੱਚ, ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜੰਮੂ ਦੇ ਜਿੱਥੇ ਵੀ ਆਫੀਸਰ ਸਾਹਿਬਾਨ ਜਿਹੜੇ ਪੁਲਿਸ ਵਿੱਚ ਹਨ, ਪਤਿਤ ਪੁਣੇ ਦਾ ਸ਼ਿਕਾਰ ਕੋਈ ਵੀ ਨਹੀਂ ਹੈ। ਹਾਂ, ਸਾਂਭ ਕੇ ਰੱਖਦੇ ਨੇ, ਦੜਾ ਬੰਨ ਕੇ ਰੱਖਦੇ ਨੇ, ਕਿਉਂਕਿ ਰਵਾਇਤਾਂ ਪੁਰਾਣੀ ਚਲਦੀ ਆ ਰਹੀਆਂ ਨੇ, ਤੇ ਪਤਿਤ ਪੁਣੇ ਵੱਲ ਕੋਈ ਵੀ ਇਹਨਾਂ ਦਾ ਰੁਝਾਨ ਨਹੀਂ ਹੈ। ਜਿੱਥੇ ਦਾੜਾ ਪ੍ਰਕਾਸ਼ ਕਰਨ ਦਾ, ਤੇ ਇਹ ਤੁਹਾਡੇ ਮਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਹਾਡਾ ਮਨ ਕਿੰਨਾ ਅਡੋਲ ਹੈ। ਜੇ ਦਾੜਾ ਪ੍ਰਕਾਸ਼ ਕਰਕੇ ਚੱਲ ਸਕਦੇ ਹੋ ਤੁਸੀਂ, ਜੇ ਕਿਸੇ ਟਿੱਪਣੀ ਤੋਂ ਤੁਸੀਂ ਕੋਈ ਪਰਵਾਹ ਨਹੀਂ ਕਰਦੇ ਤਾਂ ਚੱਲ ਸਕਦੇ ਹੋ ਤੁਸੀਂ। ਪਰ ਜਿੱਥੇ ਤੱਕ ਸਾਂਭਣ ਦਾ ਤੇ ਪਤਿਤ ਪੁਣੇ ਦਾ ਸਵਾਲ ਹੈ, ਇਸ ਵਿੱਚ ਕਾਫੀ ਡਿਫਰੈਂਸਿਸ ਨੇ। ਤੇ ਪਤਿਤ ਪੁਣੇ ਤੋਂ ਲੈ ਕੇ ਪਤਿਤ ਪੁਣੇ ਤੇ ਸਫ਼ਰ ਤੋਂ ਸਾਂਭਣ ਤੱਕ, ਔਰ ਸਾਂਭਣ ਤੋਂ ਦਾੜਾ ਪ੍ਰਕਾਸ਼ ਤੱਕ, ਇਹ ਸਫ਼ਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਸਫ਼ਰ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਤੈਅ ਕਰ ਲਈਏ ਆਪਾਂ। ਜੀ ਸਰ, ਇੱਕ ਹਮੇਸ਼ਾ ਇਹ ਸਵਾਲ ਰਹਿੰਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਕਿ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਫੋਰਸਿਸ ਨੇ ਉਹਨਾਂ ਦੇ ਵਿੱਚ ਮਜਬੂਰਨ ਕਿਤੇ ਨਾ ਕਿਤੇ ਦਾੜੀ ਬੰਨ੍ਹਣੀ ਪੈਂਦੀ ਹੈ। ਜੇ ਅਸੀਂ ਮਿਲਟਰੀ ਦੀ ਗੱਲ ਵੀ ਕਰ ਲਈਏ, ਉਹਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਸਾਫ਼ ਤੌਰ 'ਤੇ ਕਿ ਆਪਣੀ ਦਾੜੀ ਜਿਹੜੀ ਸਿੱਖ ਰੈਜੀਮੈਂਟ ਆ ਉਹ ਬੰਨ੍ਹ ਕੇ ਰੱਖੋ। ਅਤੇ ਪੰਜਾਬ ਪੁਲਿਸ ਦੇ ਵਿੱਚ ਵੀ ਬਹੁਤ ਸਾਰੇ ਚਿਹਰੇ ਸਿੱਖਾਂ ਦੇ ਅਜਿਹੇ ਨਜ਼ਰ ਆਉਂਦੇ ਨੇ ਜਿਹੜੇ ਕਿਤੇ ਨਾ ਕਿਤੇ ਜਾਂ ਤਾਂ ਦਾੜੀ ਬੰਨ੍ਹ ਕੇ ਰੱਖਦੇ ਨੇ ਅਤੇ ਜਾਂ ਫਿਰ ਕਟਾਈ ਦਿੰਦੇ ਨੇ। ਅਤੇ ਤੁਹਾਨੂੰ ਕੀ ਲੱਗਦਾ ਕਿ ਲਾਜ਼ਮੀ ਤਾਂ ਨਹੀਂ ਹੈ ਇਹ ਕੁਛ? ਖਾਲਸਾ ਜੀ, ਪੁਲਿਸ ਰੂਲਸ ਤਾਂ ਕਨਸਟੀਟਿਊਸ਼ਨ ਵਿੱਚ ਕਿਤੇ ਵੀ ਇਹ ਚੀਜ਼ ਦਾ ਸੰਕੇਤ ਨਹੀਂ ਕਰਦੀਆਂ ਕਿ ਤੁਸੀਂ ਬੰਨ੍ਹ ਕੇ ਰੱਖੋ। ਤਾਂ ਪਤਿਤ ਪੁਣੇ ਵਾਲਾ ਜੋ ਸ਼ਿਕਾਰ ਹੋਏ ਪਏ ਆ, ਇਹ ਤੇ ਮਨ ਦੀਆਂ ਉਹ ਮਨ ਜਾਣਤ ਹੀ ਅਵਗਣ ਕਰੇ। ਜੇ ਮਨ ਹੀ ਭੈੜਾ ਤੇ ਮਨ ਹੀ ਅਗਰ ਜੇ ਬੇਈਮਾਨ ਹੈ ਤਾਂ ਫਿਰ ਤਾਂ ਉਹਨੇ ਪਤਿਤ ਪੁਣੇ ਵੱਲ ਜਾਣਾ ਹੀ ਜਾਣਾ ਹੈ। ਬਾਕੀ ਕਿਸੇ ਵੀ ਰੋਲ ਵਿੱਚ, ਕਿਸੇ ਵੀ ਪੁਲਿਸ ਰੋਲ ਵਿੱਚ ਜਾਂ ਕਿਸੇ ਜਗ੍ਹਾ ਵੀ ਇਹ ਕਟਾਕਸ਼ ਜਾਂ ਕੋਈ ਹੈਮਰ ਨਹੀਂ ਕੀਤਾ ਹੋਇਆ ਕਿ ਤੁਸੀਂ ਬੰਨ੍ਹ ਕੇ ਰੱਖਣਾ ਹੈ।
ਪੁਰਾਣੀ ਰਿਵਾਇਤ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੋਂ ਤੁਰਦੀ ਆਈ ਹੈ ਕਿ ਬਈ ਉਹ ਜਦੋਂ ਬੰਦੂਕ ਦਾ ਆਇਆ ਤੇ ਉਸ ਵਿੱਚ ਉਹ ਕਹਿੰਦੇ ਨੇ ਕਿ ਬਈ ਉਹ ਦਾੜਾ ਜਦੋਂ ਖੋਲਾ ਹੁੰਦਾ ਸੀ ਤਾਂ ਫਿਰ ਉਹ ਕਈ ਵਾਰੀ ਟ੍ਰਿਗਰ ਦਬਾਉਂਦੇ ਆ ਫਸਦਾ ਸੀ, ਤਾਂ ਉਸ ਕਰਕੇ ਉਹਨਾਂ ਨੇ ਥੋੜਾ ਜਿਹਾ ਬਣ ਕੇ ਤੇ ਉਹ ਉਹਨਾਂ ਦੀ ਉਹ ਤਰਬੀਅਤ ਲਈ ਸੀ ਉਹਨਾਂ ਦੀ। ਪਰ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਤੇ ਕਿਤੇ ਵੀ ਇਹ ਜ਼ਿਆਦਾ ਇਹ ਹੈਮਰ ਨਹੀਂ ਲਗਾਇਆ ਹੋਇਆ ਕਿ ਭਾਈ ਤੁਸੀਂ ਬਣ ਕੇ ਰੱਖਣੀਆਂ ਨੇ। ਗੱਲ ਵੱਖਰੀ ਹੈ ਕਿ ਮਨ ਦੀ ਬਿਰਤੀ ਕਿੰਨੀ ਕਿ ਅਡੋਲ ਹੈ ਤੇ ਕਿੰਨੀ ਉਹ ਡਿੱਗਦੀ ਭੱਜਦੀ ਹੈ, ਤੇ ਉਹਦੇ ਉੱਪਰ ਡਿਪੈਂਡ ਕਰਦਾ ਹੈ। ਤੇ ਅੱਜ ਦੇ ਹਾਲਾਤਾਂ ਦੀ ਜੇ ਅਸੀਂ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿ ਬੜੇ ਸਵਾਲ ਉੱਠਦੇ ਨੇ ਅੱਜ ਦੀ ਪੰਜਾਬ ਦੀ ਗਾਇਕੀ ਤੇ ਵੀ ਉੱਠਦੇ ਨੇ, ਜਾਂ ਦੇਸ਼ ਦੁਨੀਆ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਜਿਹੜੀ ਗਾਇਕੀ ਦਾ ਇੱਕ ਭੂਮਿਕਾ ਹੁੰਦੀ ਹੈ, ਜਿਹੜੇ ਲਿਖਾਰੀ ਲਿਖਦੇ ਨੇ ਉਹਨਾਂ ਦੀ ਇੱਕ ਭੂਮਿਕਾ ਹੁੰਦੀ ਹੈ, ਉਹਨਾਂ ਤੇ ਲਗਾਤਾਰ ਸਵਾਲ ਉੱਠਦੇ ਨੇ ਕਿ ਇਦਾਂ ਦੀਆਂ ਚੀਜ਼ਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਕਿ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ, ਸਿੱਖੀ ਸਰੂਪ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ। ਤੇ ਬਹੁਤੇ ਨੌਜਵਾਨ ਤਾਂ ਅਜਿਹੇ ਨੇ ਜਿਹੜੇ ਨਫ਼ਰਤ ਕਰਨ ਲੱਗ ਪੈਂਦੇ ਨੇ ਵੀ ਬਹੁਤ ਸਾਰੀਆਂ ਬੰਦਿਸ਼ਾਂ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਜਾਣ ਕੇ ਸਾਡੇ ਉੱਪਰ ਥੋਪੀਆਂ ਜਾਂਦੀਆਂ ਨੇ। ਤਾਂ ਇਹ ਜਦੋਂ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ, ਇਸ ਮਾਹੌਲ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਖਾਲਸਾ ਜੀ, ਮੈਂ ਇਸ ਸੰਦਰਭ ਵਿੱਚ ਇੱਕ ਬੇਨਤੀ ਕਰਾਂਗਾ ਕਿ ਜੇ ਮੁੱਢ ਤਗੜਾ ਹੋਵੇ ਤਾਂ ਆਂਦੀਆਂ ਤੇ ਝੱਖੜ ਉਸ ਨੂੰ ਡਿਗਾ ਨਹੀਂ ਸਕਦੇ। ਇਹ ਜੋ ਸੋਸ਼ਲ ਮੀਡੀਆ ਹੈ ਜਾਂ ਜੋ ਗਾਣੇ ਜਾਂ ਜੋ ਵੀ ਆ, ਇਹ ਤਾਂ ਕੋਈ ਹਵਾਵਾਂ ਨੇ ਛੋਟੀਆਂ ਛੋਟੀਆਂ। ਜੇ ਮੁੱਢ ਤਗੜਾ ਹੋਵੇ ਤੇ ਮੁੱਢ ਤਗੜਾ ਹੁੰਦਾ ਹੈ ਆਪਣੇ ਮਾਪਿਓ ਦੀ ਸਿੱਖਿਆ ਤੋਂ, ਗੁਰੂ ਦੀ ਸਿੱਖਿਆ ਤੋਂ। ਜੇ ਮਾਂ-ਬਾਪ ਨੇ ਉਹ ਸਿੱਖਿਆ ਹੀ ਨਹੀਂ ਦਿੱਤੀ, ਉਹ ਗੁਰੂ ਵੱਲ ਲੜ ਲਾਉਣ ਵਾਲੇ ਹੀਲੇ ਹੀ ਨਹੀਂ ਕੀਤੇ, ਤਾਂ ਫਿਰ ਤਾਂ ਆਂਦੀਆਂ ਤੂਫਾਨ ਦੀ ਗੱਲ ਤੇ ਛੋੜੋ, ਮਾੜੀ ਜੀ ਹਵਾ ਨਾਲ ਵੀ ਵਿਚਲਿਤ ਹੋ ਜਾਂਦਾ ਹੈ ਬੰਦਾ। ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਸਿੱਖੀ ਜੀਵਨ ਦਾ ਜਿਹੜਾ ਮੁੱਢਲਾ ਜਿਹੜਾ ਬੇਸ ਹੈ ਉਹ ਪੱਕਾ ਹੋਣਾ ਚਾਹੀਦਾ ਹੈ। ਮਾਂ-ਬਾਪ ਦੀ ਸਿੱਖਿਆ ਜਿਹੜੀ ਹੈ ਗੁਰੂ ਵੱਲ ਹੋਣੀ ਚਾਹੀਦੀ ਹੈ। ਤੇ ਦੂਜਾ ਸਭ ਤੋਂ ਵੱਡੀ ਜਿਹੜੀ ਢਹਿੰਦੀ ਕਲਾ ਜਿਹੜੀ ਸਾਡੇ ਤੇ ਆ ਰਹੀ ਹੈ ਉਹ ਗੁਰੂ ਘਰ ਨੇ। ਗੁਰੂ ਘਰ ਤੋਂ ਜਿਹੜੀ ਸਾਡੀ ਸਿੱਖਿਆ ਜਿਹੜੀ ਹੈ ਨਿਕਲ ਰਹੀ ਹੈ ਉਹ ਬੜੀ ਹੀ ਬੇਪਰਵਾਹੀ ਨਾਲ ਨਿਕਲ ਰਹੀ ਹੈ, ਬਿਨਾਂ ਕਿਸੇ ਸੋਚੇ ਸਮਝੇ ਦੇ ਨਿਕਲ ਰਹੀ ਹੈ, ਔਰ ਬਿਨਾਂ ਕਿਸੇ ਸ਼ਡਿਊਲ ਦੇ ਔਰ ਸਟ੍ਰੈਟੇਜੀ ਦੇ ਨਿਕਲ ਰਹੀ ਹੈ। ਇਹ ਸਾਡੇ ਵਾਸਤੇ ਬੜੀ ਮੰਦਭਾਗੀ ਗੱਲ ਹੈ। ਬਿਲਕੁਲ, ਇਹ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਇੰਸਟੀਟਿਊਸ਼ਨਸ ਤੇ ਵੀ ਤੁਹਾਨੂੰ ਮੈਨੂੰ ਲੱਗਦਾ ਇਤਰਾਜ਼ ਹੈਗਾ ਇਸ ਵੇਲੇ, ਕਿਉਂਕਿ ਉਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੋ ਰਹੀ ਜਾਂ ਉਸ ਤਰ੍ਹਾਂ ਦਾ ਪ੍ਰਚਾਰ ਨਹੀਂ ਹੋ ਰਿਹਾ, ਜਾਂ ਫਿਰ ਬਹੁਤ ਸਾਰੀਆਂ ਜਥੇਬੰਦੀਆਂ ਅਸੀਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਆਪਸ ਦੇ ਵਿੱਚ ਹੀ ਭਿੜੀ ਜਾਂਦੀਆਂ ਨੇ, ਉਹਨਾਂ ਦਾ ਪ੍ਰਚਾਰ ਵੱਲ ਧਿਆਨ ਨਹੀਂ ਹੈਗਾ। ਜੇ ਕੋਈ ਪ੍ਰਚਾਰ ਸਹੀ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤੇ ਉਹਦੇ ਉੱਪਰ ਵੀ ਕਿਤੇ ਨਾ ਕਿਤੇ ਅਟੈਕ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਤੁਸੀਂ ਵੀ ਇਹ ਮੰਨਦੇ ਹੋ ਕਿ ਇਸ ਵੇਲੇ ਜਿਹੜੀਆਂ ਸਾਡੀਆਂ ਸਿੱਖ ਮੋਰ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੀ ਭੂਮਿਕਾ ਉਸ ਤਰੀਕੇ ਦੀ ਨਹੀਂ ਹੈਗੀ ਜਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਇਸ ਵੇਲੇ? ਖਾਲਸਾ, ਜਦੋਂ ਮਿਸਲਾਂ ਦਾ ਦੌਰ ਸੀ ਤਦੋਂ ਵੀ ਆਪਸ ਹੀ ਲੜਦੇ ਸਨ, ਪਰ ਇਤਨੀ ਗੈਰਤ ਉਸ ਵਕਤ ਸੀ ਕਿ ਜਦੋਂ ਕੋਈ ਹਮਲਾਵਰ ਹੁੰਦਾ ਸੀ ਤਾਂ ਇਕੱਠੇ ਹੋ ਕੇ ਮਿਲ ਕੇ ਬਚਾਉਂਦੇ ਸੀ, ਗੱਲ ਕਰਦੇ ਸੀ, ਕਨਫਲਿਕਟ ਕਰਦੇ ਸੀ, ਉਹਦਾ ਰੀਟਰੀਟ ਕਰਦੇ ਸੀ। ਪਰ ਹੁਣ ਸਿਆਸਤ ਇਸ ਹੱਦ ਤੱਕ ਉੱਪਰ ਕਾਬਜ਼ ਹੋ ਚੁੱਕੀ ਹੈ ਔਰ ਇਤਨੀ ਜ਼ਿਆਦਾ ਲਾਲਚਪਨ ਆ ਗਿਆ ਹੋਇਆ ਕਿ ਗੁਰਸਿੱਖੀ ਦਾ ਔਰ ਸਿੱਖੀ ਦਾ ਮਿਆਰ ਉਸ ਸਿਆਸਤ ਦੇ ਭਾਰ ਵਿੱਚ ਦਬ ਚੁੱਕਿਆ ਹੋਇਆ। ਲਿਹਾਜ਼ਾ ਉਸ ਸਿਆਸਤ ਨੂੰ ਫਿੱਕਾ ਕਰਨ ਲਈ ਸਾਨੂੰ ਇੰਡੀਵਿਜੂਅਲੀ ਤੌਰ ਤੇ ਪੱਕਾ ਹੋਣਾ ਪੈਣਾ ਹੈ। ਇੰਡੀਵਿਜੂਅਲ ਜਿਹੜਾ ਸਾਡਾ ਇੱਕ ਕਰੈਕਟਰ ਹੈ, ਕਿਰਦਾਰ ਹੈ, ਉਸ ਨੂੰ ਤਗੜਾ ਕਰਨਾ ਪੈਣਾ ਹੈ। ਤਾਂ ਹੀ ਆਪਾਂ ਸਿਆਸਤ ਦੇ ਇਸ ਖੋਖਲੇਪਨ ਨੂੰ ਆਪਾਂ ਢਾ ਸਕਦੇ ਹਾਂ ਤੇ ਗੁਰਸਿੱਖੀ ਦੀ ਸ਼ਾਨ ਵਧਾ ਸਕਦੇ ਹਾਂ। ਬਿਲਕੁਲ ਭਾਜੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ, ਅੱਜ ਕੱਲ੍ਹ ਜਿਹੜਾ ਮਾਹੌਲ ਬਣਦਾ ਜਾ ਰਿਹਾ ਕਿ ਟਕਸਾਲਾਂ ਭਿੜ ਰਹੀਆਂ ਨੇ। ਇੱਕ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਦੂਜੇ ਪਾਸੇ ਟਕਸਾਲ ਹੈ, ਤੇ ਉਹ ਆਪਸ ਦੇ ਵਿੱਚ ਭਿੜਦੇ ਨਜ਼ਰ ਆ ਰਹੇ ਨੇ। ਤਾਂ ਅਜਿਹੇ ਮਾਹੌਲ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਦਾਅਵਾ ਕਰਦੀਆਂ ਨੇ ਕਿ ਅਸੀਂ ਸਿੱਖੀ ਨੂੰ ਪ੍ਰਫੁੱਲਿਤ ਕਰਨਾ, ਅਸੀਂ ਸਿੱਖੀ ਦੀ ਗੱਲ ਕਰਨੀ ਹੈ, ਅਸੀਂ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਕੀ ਸੁਨੇਹਾ ਦੇ ਕੇ ਗਏ ਨੇ, ਉਹ ਆਪਸ ਦੇ ਵਿੱਚ ਭਿੜੀ ਜਾਂਦੇ ਨੇ? ਤੁਹਾਨੂੰ ਲੱਗਦਾ ਨਹੀਂ ਕਿ ਇਸ ਦਾ ਸਿੱਖਾਂ ਦੇ ਮਨਾਂ ਦੇ ਉੱਪਰ ਗਲਤ ਪ੍ਰਭਾਵ ਪਵੇਗਾ? ਜੀ, ਗੁਰੂ ਦਾ ਬਹੁਤ ਵੱਡਾ ਖਜ਼ਾਨਾ ਸਾਡੇ ਕੋਲ ਪਿਆ ਹੈ ਜੀ, ਤੇ ਬਾਕੀ ਇਲਮ ਦੀ ਵੀ ਕੋਈ ਘਾਟ ਨਹੀਂ ਹੈ ਕਿ ਕੋਈ ਅਨਪੜ੍ਹ ਰਹਿ ਗਿਆ ਜਾਂ ਨਹੀਂ ਹੈ। ਇਲਮ ਦੀ ਵੀ ਘਾਟ ਨਹੀਂ ਹੈ ਜੀ। ਗੁਰੂ ਦਾ ਵੱਡਾ ਖਜ਼ਾਨਾ ਪਿਆ ਹੈ, ਬਸ ਉਸ ਗੁਰੂ ਦੇ ਖਜ਼ਾਨੇ ਨੂੰ ਆਪਾਂ ਫਰੋਲਣਾ ਹੈ, ਪੜਚੋਲਣਾ ਹੈ ਤੇ ਉਹਨੂੰ ਪੜ੍ਹਨਾ ਹੈ। ਤੇ ਜੇ ਆਪਾਂ ਮਤ ਲੈ ਲਈ ਤਾਂ ਫਿਰ ਦੂਸਰੀਆਂ ਮਤਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਬਾਕੀ ਜਿਹੜੇ ਧਿਰ ਲੜ ਰਹੇ ਨੇ ਉਹਨਾਂ ਧਿਰਾਂ ਨੂੰ ਇੱਕ ਗੱਲ ਤੇ ਸਮਝ ਆਉਣੀ ਚਾਹੀਦੀ ਹੈ ਕਿ ਜਿਸ ਗੁਰੂ ਦੀ ਉਹ ਗੱਲ ਕਰ ਰਹੇ ਹੋ, ਗੁਰੂ ਗੱਲ ਕੀ ਕਰ ਰਿਹਾ ਤੁਹਾਨੂੰ? ਹੁਣ ਗੁਰੂ ਨੇ ਕਿਹਾ ਕੀ ਹੈ ਤੁਹਾਨੂੰ? ਗੁਰੂ ਨੇ ਤੇ ਕਦੇ ਨਹੀਂ ਕਿਹਾ ਕਿ ਵੀ ਆਪਸ ਵਿੱਚ ਲੜੋ। ਤੇ ਜਿਹੜੀ ਧਿਰਾਂ ਲੜ ਰਹੀਆਂ ਨੇ ਇਹਦਾ ਮਤਲਬ ਗੁਰੂ ਦੀ ਮੱਤ ਤੋਂ ਬੜੀ ਦੂਰ ਨੇ। ਤੇ ਹਰ ਇੰਡੀਵਿਜੂਅਲ ਨੂੰ, ਹਰ ਸਿੱਖ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਜਿਹੜੀ ਧਿਰ ਲੜਨ ਵਿੱਚ ਵਿਸ਼ਵਾਸ ਰੱਖਦੀ ਹੈ ਉਹ ਗੁਰੂ ਦੀ ਮੱਤ ਪ੍ਰਵਾਨ ਨਹੀਂ ਕਰਦੀ, ਗੁਰੂ ਦੀ ਮੱਤ ਤੋਂ ਬਹੁਤ ਦੂਰ ਹੈ। ਜੀ ਬਿਲਕੁਲ, ਇਸ ਵੇਲੇ ਇਹ ਸਮਝ ਲੈਣਾ ਚਾਹੀਦਾ ਹੈ। ਹਰ ਸਿੱਖ ਬਿਲਕੁਲ
ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਹਰ ਸਿੱਖ ਨੂੰ ਹੋਣਾ ਚਾਹੀਦਾ ਹੈ। ਰਹਿਬਰ ਵੀ ਗੁਰੂ ਆ, ਲੀਡਰ ਵੀ ਗੁਰੂ ਹੈ, ਤੇ ਅੱਗੇ ਆਉਣ ਵਾਲਾ ਵੀ ਗੁਰੂ ਹੈ। ਤੇ ਗੁਰੂ ਦੀ ਮੱਤ ਲੈ ਕੇ ਤੁਸੀਂ ਆਪ ਆਪਣੇ ਨੂੰ ਸਮਝ ਲਓਗੇ ਕਿ ਜਿਹੜੇ ਧਿਰ ਲੜ ਰਹੇ ਨੇ ਉਹ ਗੁਰੂ ਦੀ ਮੱਤ ਤੋਂ ਬੜੇ ਦੂਰ ਨੇ, ਤੇ ਉਹਨਾਂ ਦੇ ਕੋਲ ਨਾ ਜਾਓ। ਗੁਰੂ ਦਾ ਆਸਰਾ ਲੈ ਕੇ ਤੇ ਇਹ ਗੱਲ ਮਨ ਵਿੱਚ ਪੱਕੀ ਕਰ ਲਓ ਕਿ ਜਿਸ ਨੇ ਗੁਰੂ ਦੀ ਮੱਤ ਲੈ ਲਈ ਉਹ ਫਿਰ ਲੜਾਈਆਂ ਝਗੜਿਆਂ ਵਿੱਚ ਨਹੀਂ ਆਉਂਦਾ। ਬਹੁਤ ਸਾਰੇ ਸਵਾਲ ਤਾਂ ਸਾਡੇ ਮੂਲ ਮੰਤਰ ਦੇ ਵਿੱਚ ਹੀ ਦੂਰ ਹੋ ਜਾਂਦੇ ਨੇ ਕਿ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਜਾਣੀ ਕਿ ਅਕਾਲ ਪੁਰਖ ਦੇ ਹੱਥ ਕੀ ਪਾਵਰ ਆ, ਉਹ ਸਾਨੂੰ ਸਮਝ ਲੈਣੀ ਚਾਹੀਦੀ ਹੈ। ਪਰ ਮਨੁੱਖ ਆਪਣੀ ਕੁਰਸੀਆਂ ਦੇ ਪਿੱਛੇ ਇਸ ਵੇਲੇ ਪੈ ਜਾਂਦਾ ਤੇ ਉਹ ਉਸੇ ਕਰਕੇ ਕਿਤੇ ਨਾ ਕਿਤੇ ਲੜਾਈਆਂ ਅਜਿਹੀਆਂ ਹੁੰਦੀਆਂ ਨੇ। ਭਾਜੀ ਇੱਕ ਇਹ ਵੀ ਗੱਲ ਤੁਹਾਡੇ ਤੋਂ ਪੁੱਛਣ ਦੀ ਕੋਸ਼ਿਸ਼ ਕਰਨੀ ਅੱਜ ਮੈਂ ਕਿ ਹਾਲ ਹੀ ਦੇ ਵਿੱਚ ਕੁਝ ਖਬਰਾਂ ਵਾਇਰਲ ਹੋਈਆਂ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਵਿਦੇਸ਼ ਦੇ ਵਿੱਚ ਇੱਕ ਡਾਕਟਰ ਸੀਗੇ, ਉਹਨਾਂ ਨੇ ਕਹਿੰਦੇ ਵੀ ਕਰੋਨਾ ਪੀੜਤਾਂ ਦੀ ਮਦਦ ਕਰਨ ਦੇ ਲਈ ਆਪਣੀ ਦਾੜੀ ਕਟਾਤੀ, ਤੇ ਤੁਸੀਂ ਆਪਣੇ ਇੱਥੇ ਜੰਮੂ ਦੇ ਵਿੱਚ ਰਹਿੰਦੇ ਹੋਏ ਆਪਣਾ ਪੂਰਾ ਸਰੂਪ ਸਾਂਭ ਕੇ ਰੱਖ ਰਹੇ ਹੋ। ਤੁਸੀਂ ਵੀ ਲੋਕਾਂ ਤੱਕ ਜਾ ਰਹੇ ਹੋ, ਤੁਸੀਂ ਵੀ ਕਰੋਨਾ ਦੇ ਖਿਲਾਫ ਜੰਗ ਲੜ ਰਹੇ ਹੋ। ਕੱਲ੍ਹ ਵੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ, ਆਫ ਦਾ ਰਿਕਾਰਡ ਆਪਾਂ ਗੱਲ ਕਰ ਰਹੇ ਸੀਗੇ। ਕਿੰਨੇ ਲੋਕ ਤੁਹਾਡੇ ਕੋਲ ਰੋਜ਼ ਆ ਰਹੇ ਨੇ, ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ ਕਰੋਨਾ ਪੀੜਤਾਂ ਦੀ। ਉਹ ਵੀ ਇੱਕ ਹਿਸਾਬ ਦੇ ਨਾਲ ਇਹ ਵੀ ਆ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵੱਲ ਜਾ ਰਹੇ ਨੇ ਜਾਂ ਉਹਨਾਂ ਨੇ ਵਾਪਸ ਆਉਣਾ, ਤਾਂ ਸਾਰੀਆਂ ਤਮਾਮ ਜ਼ਿੰਮੇਵਾਰੀਆਂ ਤੁਸੀਂ ਵੀ ਨਿਭਾ ਰਹੇ ਹੋ। ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ ਠੀਕ ਹੈ ਦਾੜੀ ਕਟਾ ਦੇਣੀ, ਜਦ ਕਿ ਉਸ ਤੋਂ ਬਾਅਦ ਕੁਝ ਵੀਡੀਓ ਇੱਦਾਂ ਦੀਆਂ ਵੀ ਵਾਇਰਲ ਹੋਈਆਂ ਕਿ ਡਾਕਟਰ ਕਹਿੰਦੇ ਕਿੱਟਾਂ ਪੈ ਜਾਂਦੀਆਂ ਨੇ, ਇੱਦਾਂ ਦੀ ਕੋਈ ਦਿੱਕਤ ਨਹੀਂ ਹੈ, ਦਾੜੀ ਕਟਾਉਣ ਦੀ ਕੋਈ ਲੋੜ ਨਹੀਂ ਸੀਗੀ। ਖਾਲਸਾ ਜੀ, ਇਤਿਹਾਸ ਜਿਸ ਸ਼ਖਸ ਨੇ, ਜਿਸ ਸਿੱਖ ਨੇ ਨਹੀਂ ਪੜ੍ਹਿਆ ਉਹਨਾਂ ਦਾ ਵਿਚਲਿਤ ਹੋਣਾ ਹੀ ਹੋਣਾ ਹੈ। ਤੇ ਜਿਨ੍ਹਾਂ ਮਾਪਿਓ ਨੇ ਇਤਿਹਾਸ ਪੜ੍ਹਾਇਆ ਆਪਣੇ ਬੱਚਿਆਂ ਨੂੰ, ਤਾਂ ਫਿਰ ਉਹ ਕੇਸਾਂ ਸਵਾਸਾਂ ਨਾਲ ਲਿਪਦੀ ਹੈ ਸਿੱਖੀ। ਤੇ ਜਿਹੜੇ ਕੱਟ ਦਿੰਦੇ ਨੇ ਉਹਨੂੰ ਸਿੱਖ ਤਸੱਵਰ ਕਰਨਾ ਤਾਂ ਬੇਵਕੂਫੀ ਹੈ। ਤੇ ਜਿਹੜੇ ਸਿੱਖੀ ਦੇ ਨਾਲ ਮਰਦੇ ਮਿਟਦੇ ਨੇ ਤੇ ਉਹਨਾਂ ਨੂੰ ਆਪਾਂ ਸਿੱਖ ਪ੍ਰਵਾਨ ਕਰਦੇ ਆ ਰਹੇ ਹਾਂ ਤੇ ਕਰਦੇ ਰਹਾਂਗੇ। ਤੇ ਬਾਕੀ ਇਹ ਜਿਹੜੀਆਂ ਗੱਲਾਂ ਨੇ, ਇਹਨਾਂ ਗੱਲਾਂ ਨੂੰ ਆਪਾਂ ਵਿਚਲਿਤ ਨਹੀਂ ਹੋਣਾ। ਜਿੱਥੇ ਸਿੱਖ ਹਨ, ਜਿੱਥੇ ਸੰਤ ਹੈ ਉੱਥੇ ਅਸੰਤ ਵੀ ਹੈ, ਜਿੱਥੇ ਮਾੜਾ ਉੱਥੇ ਚੰਗਾ ਵੀ ਹੈ। ਤੇ ਜੇ ਕੋਈ ਇਦਾਂ ਦੀ ਗੱਲ ਕਰ ਰਿਹਾ ਜਾਂ ਇਦਾਂ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਸਿੱਧੇ ਤੌਰ ਤੇ ਪ੍ਰਤੱਖ ਤੌਰ ਤੇ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਉਹ ਸਿੱਖ ਹੀ ਨਹੀਂ। ਤੇ ਦੂਜਾ ਗੱਲ ਇਹ ਵੀ ਸੋਚ ਲੈਣੀ ਚਾਹੀਦੀ ਹੈ ਕਿ ਜਿਹੜੇ ਮਾਪਿਆਂ ਨੂੰ ਜੰਮਿਆ ਸੀ ਉਹ ਵੀ ਮੰਦਭਾਗੀ ਨੇ। ਜੀ ਬਿਲਕੁਲ। ਇੱਕ ਉਸ ਤੋਂ ਬਾਅਦ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਗਈਆਂ ਕਿ 5 ਡਾਕਟਰ ਜਿਹੜੇ ਨੇ ਉਹਨਾਂ ਨੇ ਆਪਣੀ ਦਾੜੀ ਕਟਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਡਾਕਟਰੀ ਜਿਹੜੀ ਉਹ ਜ਼ਿੰਮੇਵਾਰੀ ਨਿਭਾ ਰਹੇ ਸੀ ਉਹ ਤੋਂ ਫਾਰਗ ਕਰਤਾ, ਉਹਨਾਂ ਨੂੰ ਬਾਹਰ ਕੱਢਤਾ। ਤਾਂ ਕਈ ਲੋਕ ਹੈਗੇ ਨੇ ਕਹਿੰਦੇ ਨੇ ਅਸੀਂ ਸਮਝੌਤਾ ਨਹੀਂ ਕਰ ਸਕਦੇ ਆਪਣੇ ਸਰੂਪ ਦੇ ਨਾਲ, ਇੱਦਾਂ ਦੇ ਲੋਕ ਵੀ ਹੈਗੇ ਨੇ। ਪਰ ਮੈਂ ਤੁਹਾਡੇ ਤੋਂ ਅਖੀਰ ਦੇ ਵਿੱਚ ਇਹ ਪੁੱਛਣ ਦੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਕੀ ਲੱਗਦਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ, ਕਿਉਂਕਿ ਨੌਜਵਾਨਾਂ ਦੇ ਜਿਹੜੇ ਮਨ ਹੁੰਦੇ ਨੇ ਬੜੇ ਉਹ ਕੋਰੇ ਸਫੇ ਵਰਗੇ ਹੁੰਦੇ ਨੇ, ਜਿਵੇਂ ਲਿਖੇ ਗਏ ਉਸ ਤੋਂ ਬਾਅਦ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਚੱਲਣਾ, ਉਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਅਗਲੇ ਆਉਣ ਵਾਲੇ ਸਮਾਂ ਦੇ ਵਿੱਚ ਜਦੋਂ ਜਵਾਨੀ ਆਉਣੀ ਹੈ, ਜਦੋਂ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਆਪਣਾ ਜੀਵਨ ਹੰਡਾਉਣਾ ਤੇ ਉਸੇ ਤਰੀਕੇ ਦੇ ਨਾਲ ਹੰਡਾਉਣਾ ਜਿਹੜਾ ਉਹਨਾਂ ਦਾ ਇੱਕ ਬਾਲ ਅਵਸਥਾ ਤੋਂ ਬਾਅਦ ਜਿਹੜੀ ਇੱਕ ਕੁਝ ਸਮਾਂ ਹੁੰਦਾ, ਆਪਾਂ ਟੀਨ ਏਜ ਕਹਿ ਦਿੰਦੇ ਹਾਂ। ਤਾਂ ਤੁਹਾਨੂੰ ਕੀ ਲੱਗਦਾ ਉਸ ਉਮਰ ਦੇ ਵਿੱਚ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਤਾਂ ਜੋ ਉਹਨਾਂ ਦਾ ਸਿੱਖੀ ਪ੍ਰਤੀ ਜਿਹੜਾ ਇੱਕ ਫਰਜ਼ ਹੈ ਹਰੇਕ ਵਿਅਕਤੀ ਦਾ ਉਹ ਉਸੇ ਤਰ੍ਹਾਂ ਬਰਕਰਾਰ ਰਹੇ? ਖਾਲਸਿਓ, ਇੱਕ ਗੱਲ ਤਾਂ ਆਪਾਂ ਪੱਕੀ ਬੰਨ ਲਈਏ, ਪੱਲੇ ਬੰਨ ਲਈਏ ਕਿ ਬੱਚਾ ਜਦੋਂ ਐਡੋਲਸੈਂਸੀ ਚ ਆਇਆ ਜਾਂ ਬਚਪਨ ਵਿੱਚ ਜਦੋਂ ਐਡੋਲਸੈਂਸ ਵਿੱਚ ਆਉਂਦਾ ਹੈ ਤਾਂ ਮਾਪਿਓ ਦੀ ਆਪਣੀ ਰਹਿਣੀ ਬਹਿਣੀ ਜਿਹੜੀ ਹੈ ਉਹਦੇ ਵਾਸਤੇ ਇੱਕ ਬੜੀ ਵੱਡੀ ਸਿੱਖਿਆ ਹੁੰਦੀ ਹੈ। ਮਾਂ-ਬਾਪ ਦੀ ਆਪਣੀ ਇੱਕ ਰਹਿਣੀ ਬਹਿਣੀ, ਉਹਨਾਂ ਦਾ ਐਕਟ, ਉਹਨਾਂ ਦੀ ਜਿਹੜੀ ਕਾਰ ਵਿਹਾਰ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਨੇ, ਉਸ ਕਾਰ ਵਿਹਾਰ ਵਿੱਚ ਉਹ ਗੁਰੂ ਦੇ ਪ੍ਰਤੀ ਕਿਤਨੇ ਸਮਰਪਿਤ ਨੇ, ਉਹ ਕਿੰਨੇ ਵਹਿਮਾਂ ਭਰਮਾਂ ਤੋਂ ਦੂਰ ਨੇ। ਤੇ ਜਿੰਨੀ ਉਹ ਕਾਰ ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਨਗੇ ਉਤਨਾ ਹੀ ਉਹ ਪ੍ਰਭਾਵ ਆਪਣੇ ਬੱਚੇ ਤੇ ਪਾ ਲੈਣਗੇ ਤੇ ਬੱਚਾ ਕਿਧਰੇ ਵਿਚਲਿਤ ਹੋਣ ਦੀ ਜਾਂ ਕਿਤੇ ਡਗਮਗਾਏਗਾ ਨਹੀਂ। ਤੇ ਪਹਿਲਾਂ ਤੇ ਸਾਡੀ ਸੀੜੀ ਜਿਹੜੀ ਹੈ ਉਹ ਮਾਂ-ਬਾਪ ਨੇ, ਤੇ ਦੂਜੀ ਸੀੜੀ ਜਿਹੜੀ ਅੱਜ ਤੋਂ ਬਿਲਕੁਲ ਅਲੋਪ ਹੁੰਦੀ ਜਾ ਰਹੀ ਹੈ ਉਹ ਹੈ ਗੁਰੂ ਘਰ। ਤੇ ਗੁਰੂ ਘਰ ਵਿੱਚ ਕਈ ਐਸੇ ਵੀ ਨੇ ਜਿਹੜੇ ਗੁਰੂ ਦੇ ਨਾਲ ਮਜ਼ਾਕ ਕਰਨ ਨੂੰ ਤੁਰੀ ਫਿਰਦੇ ਆ ਤੇ ਦਾੜਾ ਵੀ ਰੱਖਿਆ, ਕਿਰਪਾਨ ਵੀ ਪਾਈ ਹੈ, ਪਰ ਅੰਦਰ ਦੀ ਕਰਤੂਤਾਂ ਫਿਰ ਉਦਾਂ ਦੀਆਂ ਨੇ ਜਿਹੜੀਆਂ ਤੁਸੀਂ ਆਪ ਸਮਝਦੇ ਹੋ ਕਿ ਜਿਹੜੀ ਕੋਈ ਸਿੱਖੀ ਚ ਪ੍ਰਵਾਨ ਨਹੀਂ ਹਨ। ਤਾਂ ਇੱਕ ਮਰਹਲੇ ਤੋਂ ਬੱਚਾ ਨਿਕਲ ਕੇ ਦੂਸਰੇ ਮਰਹਲੇ ਜਿੱਦੇ ਸਿੱਖਣ ਵਿੱਚ ਆ ਗਿਆ ਤੇ ਜੇ ਉੱਥੇ ਉਹਨੇ ਦੇਖਿਆ ਕਿ ਇੱਥੇ ਵੀ ਨੋਟੰਕੀ ਚੱਲ ਰਹੀ ਹੈ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਬਸ ਭੇਖ ਦਿਖਾ ਕੇ ਤੇ ਲੋਕਾਂ ਨੂੰ ਬਸ ਕਰਨ ਦੀ ਰੀਤੀ ਚੱਲ ਰਹੀ ਹੈ, ਤਾਂ ਉਹ ਟੁੱਟ ਰਿਹਾ ਹੈ। ਉਹ ਨੌਜਵਾਨ ਭੱਜ ਰਿਹਾ ਹੈ, ਉਹ ਕਹਿ ਰਿਹਾ ਹੈ ਕਿ ਨਹੀਂ, ਜੇ ਦਾੜਾ ਰੱਖ ਕੇ ਵੀ ਇਹ ਕਰਤੂਤਾਂ ਨੇ ਤੇ ਦਾੜਾ ਕੱਟ ਲਓ। ਫਿਰ ਉਹ ਪਤਤ ਪੋਣੇ ਵੱਲ ਸ਼ਿਕਾਰ ਹੁੰਦਾ ਜਾ ਰਿਹਾ। ਜਿੱਦਾਂ ਪਹਿਲਾਂ ਸਿੰਘ ਸਭਾ ਲਹਿਰ ਚੱਲੀ ਸੀ, ਗੁਰਦੁਆਰਾ ਆਜ਼ਾਦ ਲਹਿਰ ਚੱਲੀ ਸੀ, ਉਹ ਗੁਰਦੁਆਰਾ ਆਜ਼ਾਦ ਲਹਿਰ ਹੁਣ ਦੁਬਾਰਾ ਚੱਲਣੀ ਬੜੀ ਜ਼ਰੂਰੀ ਹੈ ਕਿਉਂਕਿ ਗੁਰੂ ਘਰ ਵਿੱਚ ਸਿਆਸਤ ਦਾ ਇੰਨਾ ਜ਼ਿਆਦਾ ਕਬਜ਼ਾ ਹੋ ਗਿਆ ਹੈ ਕਿ ਗੁਰੂ ਅੰਦਰ ਸਫੋਕੇਸ਼ਨ ਮਹਿਸੂਸ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਉੱਥੇ ਸਾਡੇ ਜਿਹੜੇ ਗੁਰੂ ਬਿਰਾਜਮਾਨ ਨੇ ਔਰ ਉੱਥੇ ਸਫੋਕੇਸ਼ਨ ਮਹਿਸੂਸ ਕਰ ਰਹੇ ਨੇ। ਲਿਹਾਜ਼ਾ ਸਾਨੂੰ ਇਸ ਹੱਦ ਤੱਕ ਜਾਣਾ ਬੜਾ ਜ਼ਰੂਰੀ ਹੈ।
ਬਿਲਕੁਲ ਸਾਨੂੰ ਸਿੱਖੀ ਦੇ ਵਿੱਚ ਦੋ ਹੀ ਚੀਜ਼ਾਂ ਦਾ ਖਿਆਲ ਰੱਖਣ ਦੀ ਗੱਲ ਸਿਖਾਈ ਗਈ ਸੀ। ਮੀਰੀ ਪੀਰੀ ਦਾ ਸਿਧਾਂਤ ਸਾਨੂੰ ਪੜਾਇਆ ਗਿਆ ਸੀਗਾ ਕਿ ਧਰਮ ਤੇ ਸਿਆਸਤ ਜਿਹੜੀ ਆ ਉਹਨਾਂ ਦੇ ਵਿੱਚ ਧਰਮ ਨੂੰ ਥੋੜਾ ਉੱਪਰ ਰੱਖਣਾ ਚਾਹੀਦਾ, ਸਿਆਸਤ ਜਿਹੜੀ ਆ ਉਹਨੂੰ ਪਿੱਛੇ ਰੱਖਣਾ ਚਾਹੀਦਾ। ਪਰ ਅੱਜ ਕੱਲ੍ਹ ਜਿਹੜੀ ਸਿਆਸਤ ਉੱਪਰ ਹੁੰਦੀ ਜਾ ਰਹੀ ਹੈ ਤੇ ਇਸ ਨੇ ਵੀ ਬੜੇ ਸਮੱਸਿਆਵਾਂ ਸਾਡੇ ਦਰਪੇਸ਼ ਕਰ ਦਿੱਤੀਆਂ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਇਸ ਵੇਲੇ ਨਿਭਾ ਰਹੇ ਹੋ ਬੜੀ ਬਖੂਬੀ ਦੇ ਨਾਲ। ਤੇ ਇਸ ਵੇਲੇ ਜੇ ਅਸੀਂ ਮੌਕੇ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਜੰਮੂ ਕਸ਼ਮੀਰ ਦੇ ਵਿੱਚ ਜੇ ਤੁਹਾਡੀ ਗੱਲ ਕਰੀਏ, ਕਿਹੋ ਜਿਹੇ ਹਾਲਾਤ ਨੇ ਕੋਰੋਨਾ ਵਾਇਰਸ ਨੂੰ ਲੈ ਕੇ, ਤੇ ਤੁਸੀਂ ਆਪਣੇ ਵੱਲੋਂ ਕਿਹੜੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ, ਉਹਨਾਂ ਦਾ ਅਖੀਰ ਦੇ ਵਿੱਚ ਜ਼ਿਕਰ ਕਰ ਦਈਏ। ਇਹ ਪੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਚੱਲਣਾ ਲਖਦੇ ਆ ਰਿਹਾ। ਜੋ ਵੀ ਵਾਪਰ ਰਿਹਾ ਸਾਰੇ ਉਸਦੇ ਭੈ ਵਿੱਚ ਹੈ, ਉਸਦੇ ਡਰ ਵਿੱਚ ਹੈ, ਸਭ ਕੁਝ ਉਸਦੇ ਉਸੇ ਚ ਹੈ। ਆਜ਼ਾਦ ਹੁੰਦੇ ਨੇ, ਚਲੇ ਜਾਂਦੇ ਨੇ, ਕਈ ਵਾਰ ਆਏ ਕਈ ਵਾਰ ਚਲੇ ਗਏ। ਇਹਨਾਂ ਉੱਪਰ ਭੈਭੀਤ ਹੋਣ ਦੀ ਗੱਲ ਨਹੀਂ ਹੈ। ਗੁਰੂ ਦਾ ਆਸਰਾ ਹੈ, ਗੁਰੂ ਦਾ ਆਸਰਾ ਲੈ ਕੇ ਆਪਾਂ ਜਿਹੜੇ ਕੋਰੋਨਾ ਪੀੜਿਤ ਨੇ ਜਾਂ ਜਿਹੜੇ ਕੋਰੋਨਾ ਤੋਂ ਡਰ ਰਹੇ ਨੇ, ਇੱਕ ਹੀ ਉਹਨਾਂ ਨੂੰ ਬੇਨਤੀ ਆਪਾਂ ਕਰਦੇ ਹਾਂ ਕਿ ਭਾਈ ਜੇ ਅਕਾਲ ਪੁਰਖ ਪੂਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਤੇ ਮਾਰਨ ਵਾਲਾ ਵੀ ਹੈ, ਤੇ ਉੱਥੇ ਵਿਸ਼ਵਾਸ ਰੱਖੋ। ਸਾਰੀਆਂ ਦਵਾਈਆਂ ਤੋਂ ਉੱਪਰ ਉਹ ਉਸਦਾ ਵਿਸ਼ਵਾਸ ਹੈ, ਤੇ ਜੇ ਉਸਦਾ ਵਿਸ਼ਵਾਸ ਲੈ ਕੇ ਚੱਲਾਂਗੇ ਤੇ ਅੱਜ ਅਗਰ ਅਜ਼ਾਬ ਅਗਰ ਆਇਆ ਤੇ ਕੱਲ ਖਤਮ ਵੀ ਹੋ ਜਾਏਗਾ। ਤੇ ਜਿਹੜਾ ਉਹਦਾ ਵਿਸ਼ਵਾਸ ਹੈ ਉਹ ਆਪਣੇ ਦਿਲ ਵਿੱਚ ਕਾਇਮ ਰੱਖਣਾ ਬੜਾ ਜ਼ਰੂਰੀ ਹੈ, ਤੇ ਉਹ ਰਹਿਣਾ ਵੀ ਚਾਹੀਦਾ। ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ तमाम ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਵੀ ਸਾਰੇ ਕੰਮ ਹੋ ਸਕਦੇ ਨੇ। ਜਿਹੜੇ ਅੱਜ ਕੱਲ੍ਹ ਲੋਕ ਕਿਤੇ ਨਾ ਕਿਤੇ ਪਤਿਤ ਹੁੰਦੇ ਜਾ ਰਹੇ ਨੇ ਸਿਰਫ ਇਹ ਬਹਾਨਾ ਬਣਾ ਕੇ ਕੋਈ ਨਾ ਕੋਈ, ਤਾਂ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਿੱਖੀ ਸਰੂਪ ਬੜੀ ਆਸਾਨੀ ਦੇ ਨਾਲ ਨਹੀਂ ਮਿਲਿਆ। ਬਹੁਤ ਸ਼ਹਾਦਤਾਂ ਹੋਈਆਂ ਨੇ ਇਹਦੇ ਪਿੱਛੇ, ਬਹੁਤ ਲੰਮੀ ਘਾਲਣਾ ਹੋਈ ਹੈ ਜਿਸ ਤੋਂ ਬਾਅਦ ਇਹ ਸਰੂਪ ਮਿਲਿਆ। ਤੇ ਅੱਜ ਵੀ ਬਹੁਤ ਸਾਰੇ ਸਿੱਖ ਅਜਿਹੇ ਨੇ ਜਿਹੜੇ ਇਸ ਸਿੱਖੀ ਸਰੂਪ ਨੂੰ ਸੰਭਾਲ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਉਦਾਹਰਣ ਬਣੇ ਹੋਏ ਨੇ ਲੋਕਾਂ ਦੇ ਲਈ। ਅੱਜ ਜਦੋਂ ਮੈਂ ਇਟਲੀ ਦੇ ਵਿੱਚ ਗੱਲ ਕਰਦਾ, ਸਪੇਨ ਦੇ ਵਿੱਚ ਗੱਲ ਕਰਦਾ, ਤੇ ਉੱਥੇ ਜੇ ਕੋਈ ਸਿੱਖ ਨੂੰ ਤੁਰਿਆ ਜਾਂਦਾ ਦਿਖਦਾ ਤਾਂ ਲੋਕੀ ਉਹਨੂੰ ਸਲੂਟ ਕਰਦੇ ਨੇ, ਝੁੱਕ ਕੇ ਸਲਾਮ ਕਰਦੇ ਨੇ, ਕਿਉਂਕਿ ਇਸ ਵੇਲੇ ਸਿੱਖਾਂ ਦੀ ਪਹਿਚਾਣ ਅਜਿਹੀ ਬਣ ਗਈ ਹੈ ਕਿ ਉਹ ਘਰ ਘਰ ਦੇ ਵਿੱਚ ਮਦਦ ਪਹੁੰਚਾ ਰਹੇ ਨੇ। ਤੇ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਵੀ ਉਦਾਹਰਣ ਬਣ ਰਹੇ ਹੋ ਲੋਕਾਂ ਦੇ ਲਈ। ਅਸੀਂ ਉਮੀਦ ਕਰਦੇ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੋ ਤਾਂ ਜੋ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਕੋਈ ਨਾ ਕੋਈ ਸੇਧ ਮਿਲੇ। ਬਹੁਤ ਬਹੁਤ ਧੰਨਵਾਦ ਸਰ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ, ਜੋ ਆਪਣੇ ਸੰਗਤ ਨਾਲ ਰੂਬਰੂ ਵੀ ਕਰਾਇਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮੇਰੀ ਤਰਫੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਇੰਸਪੈਕਟਰ ਇੰਦਰਜੀਤ ਸਿੰਘ, ਸਾਡੇ ਨਾਲ ਖਾਸ ਤੌਰ ਤੇ ਜੰਮੂ ਤੋਂ ਜੁੜੇ ਸੀਗੇ। ਤੁਹਾਡੇ ਨਾਲ ਤਾਰੁਫ ਕਰਾਇਆ, ਤੁਹਾਡੇ ਨਾਲ ਰਾਬਤਾ ਕਰਾਇਆ ਉਹਨਾਂ ਦਾ ਕਿ ਇਸ ਤਰੀਕੇ ਉਹ ਜੰਮੂ ਦੇ ਵਿੱਚ ਰਹਿੰਦੇ ਹੋਏ ਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਆਪਣੀਆਂ ਸੇਵਾਵਾਂ ਵੀ ਦੇ ਰਹੇ ਨੇ। ਤੇ ਨਾਲ ਦੀ ਨਾਲ ਇੱਕ ਵੱਡੀ ਗੱਲ ਹੈ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਾਨੂੰ ਆਪ ਸਮਝਣਾ ਚਾਹੀਦਾ ਹੈ ਕਿ ਸਿੱਖੀ ਸਾਤੋਂ ਕੀ ਕਰਵਾਉਂਦੀ ਹੈ। ਤੇ ਇੱਕ ਵੱਡੀ ਚੀਜ਼ ਕਿ ਕਿਸੇ ਨੂੰ ਵੀ ਇਹ ਨਹੀਂ ਕਿਹਾ ਜਾਂਦਾ ਕਿ ਸਿੱਖੀ ਨੂੰ ਤੁਸੀਂ ਪਤਿਤ ਕਰੋ ਤਾਂ ਹੀ ਤੁਸੀਂ ਇਸ ਕੰਮ ਤੇ ਰਹਿ ਸਕਦੇ ਹੋ। ਕਈ ਥਾਵਾਂ ਤੇ ਹਾਲਾਤ ਬਣ ਵੀ ਜਾਂਦੇ ਨੇ, ਪਰ ਉਹਨਾਂ ਹਾਲਾਤਾਂ ਦੇ ਨਾਲ ਲੜਨਾ ਜਿਹੜਾ ਆ ਉਹ ਤੁਹਾਡੇ ਆਪਣੇ ਹੱਥ ਹੁੰਦਾ ਹੈ। ਇਸ ਵੇਲੇ ਵੀ ਜਿਹੜੇ ਹਾਲਾਤ ਬਣੇ ਹੋਏ ਨੇ, ਹਰੇਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਦਦ ਕਰੇ, ਸੇਵਾ ਕਰੇ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਜੋ ਹੁਕਮ ਦਿੱਤਾ ਅਸੀਂ ਉਸੇ ਹੁਕਮ ਦੇ ਵਿੱਚ ਬੱਝ ਕੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈਏ। ਤੇ ਕਿਉਂਕਿ ਇਸ ਵੇਲੇ ਹਾਲਾਤ ਜੋ ਬਣੇ ਨੇ ਉਹ ਸਾਰੇ ਕੁਦਰਤ ਦੇ, ਸਾਰੇ ਉਸ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਉਹਦੇ ਰਜ਼ਾ ਦੇ ਵਿੱਚ ਹੋ ਰਹੇ ਨੇ। ਤੇ ਸਾਨੂੰ ਸਮਝ ਲੈਣਾ ਚਾਹੀਦਾ ਜੇ ਅੱਜ ਔਖਾ ਵੇਲਾ ਤਾਂ ਕੱਲ੍ਹ ਨੂੰ ਚੰਗਾ ਵੇਲਾ ਵੀ ਆਵੇਗਾ। ਤੇ ਇਸੇ ਆਸ ਦੇ ਨਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।